आ जाओ 7:30 10-15 मिनट तक। ओके ऑफिस। हाँ। ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ, ਜਿੱਥੇ ਲੁਧਿਆਣਾ ਦੇ ਵਿੱਚ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਰੇਪ ਦੇ ਇਲਜ਼ਾਮ ਲੱਗੇ ਨੇ। ਰੇਪ ਦੇ ਇਲਜ਼ਾਮ ਲਗਾਉਣ ਵਾਲੀ ਔਰਤ ਲੁਧਿਆਣਾ ਦੀ ਹੀ ਰਹਿਣ ਵਾਲੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਔਰਤ ਨੇ ਕਿਸੇ ਵਿਅਕਤੀ ਦੇ ਪਾਸੋਂ ਕੁਝ ਪੈਸੇ ਲੈਣੇ ਸੀ, ਜਿਨ੍ਹਾਂ ਨੂੰ ਦਿਵਾਉਣ ਦੀ ਆੜ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ 10 ਤੋਂ 12 ਵਾਰ ਔਰਤ ਦੇ ਨਾਲ ਰੇਪ ਕਰਨ ਦੇ ਇਲਜ਼ਾਮ ਲੱਗੇ ਨੇ। ਇਸ ਸੰਬੰਧੀ ਔਰਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤਕਰਤਾ ਔਰਤ ਦੇ ਵੱਲੋਂ ਸ਼ਿਕਾਇਤ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ, ਇਹ ਪੜ੍ਹ ਕੇ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਆਡੀਓ ਸੁਣਾ ਦਿੰਦੇ ਹਾਂ, ਜੋ ਇੱਕ ਫੋਨ ਰਿਕਾਰਡਿੰਗ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਰਿਕਾਰਡਿੰਗ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਅਤੇ ਪੀੜਿਤ ਔਰਤ ਦੇ ਵਿਚਕਾਰ ਗੱਲਬਾਤ ਹੋ ਰਹੀ ਹੈ। ਇਹ ਆਡੀਓ ਰੋਜ਼ਾਨਾ ਲੋਕਨਾਥ ਟੀਵੀ ਦੇ ਕੋਲ ਐਕਸਕਲੂਸਿਵ ਤੌਰ ਤੇ ਮੌਜੂਦ ਹੈ। ਸਭ ਤੋਂ ਪਹਿਲਾਂ ਇਹ ਸੁਣੋ ਆਡੀਓ, ਫਿਰ ਪੜ੍ਹ ਕੇ ਸੁਣਾਵਾਂਗੇ ਸ਼ਿਕਾਇਤਕਰਤਾ ਔਰਤ ਦੇ ਵੱਲੋਂ ਕੀਤੀ ਗਈ ਸ਼ਿਕਾਇਤ। हेलो। हेलो हाँ जी, सत श्री अकाल। सत श्री अकाल। किधर हो? मैं ਇੱਥੇ ਸੀ ਆਪਣੇ ਜਿਹੜੇ ਪੁਰਾਣੇ ਗਵਾਂਢੀ ਹੈ ਨਾ, ਮੰਨੂ ਕੇ ਸਾਡੇ ਪੁਰਾਣੇ ਘਰ ਸੀ, ਉੱਥੇ ਉਹਨਾਂ ਦੇ ਸਾਹਮਣੇ। अच्छा, आ जाओ 7:30 10-15 मिनट तक। ओके ऑफिस। हाँ, ओके ठीक है। 10-15 मिनट तक। ओके। ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੈਂ 75 ਗਜ ਦਾ ਬਣਿਆ ਹੋਇਆ ਮਕਾਨ ਸੁਖਚੈਨ ਸਿੰਘ ਕੇ ਬਿਲਡਰ ਨੇੜੇ ਗਿੱਲ ਗਾਰਡਨ ਚੌਂਕ ਈਸਰ ਨਗਰ ਬੈਂਕ ਬੈਕ ਸਾਈਡ GNE ਕਾਲਜ ਥਾਣਾ ਡੇਲੋਂ ਪਾਸੋਂ ਲਿਆ ਸੀ। ਮੈਂ ਇਹ ਮਕਾਨ 18 ਲੱਖ ਦਾ ਖਰੀਦਿਆ ਸੀ, ਜਿਸ ਵਿੱਚ ਲਗਭਗ 11 ਲੱਖ ਰੁਪਇਆ ਮੈਂ ਕੈਸ਼ ਦਿੱਤਾ ਸੀ ਅਤੇ 10 ਲੱਖ ਦਾ ਬੈਂਕ ਪਾਸੋਂ ਲੋਨ ਲਿਆ ਸੀ। 1,25,000 ਰੁਪਏ ਇਹ ਲੋਨ ਕਰਾਉਣ ਦਾ ਖਰਚਾ ਕਹਿ ਕੇ ਖਾ ਗਏ। ਕਰ ਲੈਣ ਤੋਂ 1 ਮਹੀਨਾ ਬਾਅਦ ਮੇਰੇ ਪਤੀ ਸਰਦਾਰ ਜਸਪਾਲ ਸਿੰਘ ਦੀ ਬਿਮਾਰੀ ਕਾਰਨ ਮੌਤ ਹੋ ਗਈ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਅਤੇ ਦੋਨਾਂ ਬੇਟਿਆਂ ਦੇ ਸਿਰ ਤੇ ਆ ਗਈ। ਅਸੀਂ ਤਿੰਨੋਂ ਮਾਂ ਬੇਟਾ ਰਲ ਕੇ ਘਰ ਦੀ ਕਿਸ਼ਤ ਭਰ ਰਹੇ ਹਾਂ ਅਤੇ ਘਰ ਦਾ ਖਰਚਾ ਚਲਾ ਰਹੇ ਹਾਂ। ਸਾਡੇ ਘਰ ਦੀਆਂ ਕੁਝ ਕਿਸ਼ਤਾਂ ਟੁੱਟ ਗਈਆਂ, ਜਿਸ ਕਰਕੇ ਸੁਖਚੈਨ ਸਿੰਘ ਨੇ ਬੈਂਕ ਵਾਲਿਆਂ ਨੂੰ ਮੇਰੇ ਘਰ ਅਤੇ ਜਿੱਥੇ ਮੈਂ ਨੌਕਰੀ ਕਰਦੀ ਸੀ ਭੇਜਣਾ ਸ਼ੁਰੂ ਕਰ ਦਿੱਤਾ। ਸੁਖਚੈਨ ਸਿੰਘ ਬੈਂਕ ਵਾਲਿਆਂ ਨੂੰ ਕਹਿ ਕੇ ਭੇਜਦਾ ਸੀ, ਤੁਸੀਂ ਘਰ ਖਾਲੀ ਕਰਾ ਲਓ। ਮੈਂ ਬਹੁਤ ਸ਼ਰਮ ਮਹਿਸੂਸ ਕਰਦੀ ਸੀ ਅਤੇ ਭਾਰੀ ਮਾਨਸਿਕ ਦਬਾਅ ਹੇਠ ਸੀ। 26 ਅਪ੍ਰੈਲ 2019 ਵਾਲੇ ਦਿਨ ਸਵੇਰੇ 8 ਵਜੇ ਸੁਖਚੈਨ ਸਿੰਘ ਨੇ ਆਪਣੇ ਘਰ ਦੇ ਸਾਹਮਣੇ ਗਲੀ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਲੋਕ ਸਭਾ ਇਲੈਕਸ਼ਨ ਦੇ ਸੰਬੰਧ ਵਿੱਚ ਮੀਟਿੰਗ ਕਰਾਈ, ਜਿਸ ਵਿੱਚ ਸਾਰੇ ਗਲੀ ਵਾਲਿਆਂ ਨੂੰ ਬੁਲਾਇਆ। ਮੈਂ ਇਸ ਮੀਟਿੰਗ ਵਿੱਚ ਸ਼ਾਮਲ ਹੋਈ। ਮੈਂ ਉੱਥੇ ਸਿਮਰਜੀਤ ਸਿੰਘ ਬੈਂਸ ਦੀ ਸਪੀਚ ਸੁਣੀ ਅਤੇ ਮੇਰੇ ਅੰਦਰ ਇੱਕ ਆਸ ਦੀ ਕਿਰਨ ਜਾਗ ਗਈ। ਮੈਨੂੰ ਵਧੀਆ ਲੱਗਿਆ। ਮੈਂ ਸੋਚਿਆ ਇਹ ਇਨਸਾਨ ਮੇਰੀ ਮਦਦ ਕਰੇਗਾ। ਮੈਂ ਉੱਥੇ ਹੀ ਬੈਂਕ ਦੀ ਪਰੇਸ਼ਾਨੀ ਬਾਰੇ ਦੱਸਿਆ ਅਤੇ ਉਹਨਾਂ ਨੇ ਮੈਨੂੰ ਆਪਣੇ ਦਫ਼ਤਰ ਆਉਣ ਲਈ ਕਿਹਾ। ਅਗਲੇ ਦਿਨ ਮੈਂ ਜਦੋਂ ਉਹਨਾਂ ਦੇ ਦਫ਼ਤਰ ਗਈ, ਮੈਂ ਆਪਣੀ ਸਾਰੀ ਕਹਾਣੀ ਸਿਮਰਜੀਤ ਸਿੰਘ ਬੈਂਸ ਨੂੰ ਸੁਣਾਈ ਤੇ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਕਿ ਤੂੰ ਘਰ ਖਾਲੀ ਕਰਕੇ ਸੁਖਚੈਨ ਦੇ ਹਵਾਲੇ ਕਰ ਦੇ, ਇਹ ਤੈਨੂੰ ਵੇਚ ਕੇ ਪੈਸੇ ਦੇ ਦੇਵੇਗਾ। ਪੈਸੇ ਮੈਂ ਤੁਹਾਨੂੰ ਆਪ ਹੀ ਦਿਵਾ ਦੇਵਾਂਗਾ। ਮੈਂ ਸਿਮਰਜੀਤ ਸਿੰਘ ਬੈਂਸ ਦੇ ਕਹਿਣ ਤੇ ਘਰ ਸੁਖਚੈਨ ਸਿੰਘ ਦੇ ਹਵਾਲੇ ਕਰ ਦਿੱਤਾ ਅਤੇ ਸੁਖਚੈਨ ਸਿੰਘ ਨੇ ਆਪ ਹੀ ਸਾਨੂੰ ਮਕਾਨ ਕਿਰਾਏ ਤੇ ਲੈ ਦਿੱਤਾ। ਉਸ ਤੋਂ ਬਾਅਦ ਸੁਖਚੈਨ ਸਿੰਘ ਨੇ ਉਹ ਮਕਾਨ ਕਿਸੇ ਹੋਰ ਨੂੰ ਵੇਚ ਦਿੱਤਾ ਤੇ ਮੇਰੇ ਕੋਲੋਂ ਰਜਿਸਟਰੀ ਕਰਾ ਲਈ ਤੇ ਮੈਨੂੰ 4,50,000 ਰੁਪਇਆ ਨਗਦ ਦੇ ਦਿੱਤਾ ਅਤੇ 60 ਗਜ ਦਾ ਪਲਾਟ ਕੱਚੀ ਲਿਖਤ ਕਰਕੇ ਜੱਸੋਵਾਲ ਦੇ ਦਿੱਤਾ। ਮੈਂ ਕਿਹਾ ਜੱਸੋਵਾਲ ਪਲਾਟ ਨਹੀਂ ਲੈਣਾ। ਉਹਨਾਂ ਨੇ ਕਿਹਾ ਉੱਥੇ ਕਲੋਨੀ ਬਣ ਜਾਵੇਗੀ, ਮੈਂ 3000 ਗਜ ਦੇ ਹਿਸਾਬ ਦੇ ਨਾਲ ਤੁਹਾਨੂੰ ਵੇਚ ਕੇ ਪੈਸੇ ਦੇ ਦੇਵਾਂਗਾ। ਕੁਝ ਸਮੇਂ ਬਾਅਦ ਜਦੋਂ ਮੈਂ ਸੁਖਚੈਨ ਸਿੰਘ ਪਾਸੋਂ ਪੈਸਿਆਂ ਦੀ ਮੰਗ ਕੀਤੀ ਤਾਂ ਸੁਖਚੈਨ ਸਿੰਘ ਨੇ ਕਿਹਾ ਕਿ ਹੁਣ ਲੋਕਡਾਊਨ ਲੱਗਿਆ ਤੇ ਲੋਕਡਾਊਨ ਤੋਂ ਬਾਅਦ ਮੈਂ ਤੁਹਾਨੂੰ ਪੈਸੇ ਦੇ ਦੇਵਾਂਗਾ। ਲੋਕਡਾਊਨ ਖੁੱਲ੍ਹਣ ਤੋਂ ਬਾਅਦ ਮੈਂ ਸੁਖਚੈਨ ਸਿੰਘ ਕੋਲ ਗਈ, ਪੈਸੇ ਮੰਗੇ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ 1600 ਰੁਪਏ ਗਜ ਦੇ ਹਿਸਾਬ ਦੇ ਨਾਲ ਪੈਸੇ ਦੇਵੇਗਾ। ਮੈਨੂੰ ਇਹ ਠੀਕ ਨਹੀਂ ਲੱਗਾ। ਜੋ ਪਲਾਟ ਮੈਂ 3000 ਦੇ ਹਿਸਾਬ ਨਾਲ ਖਰੀਦਿਆ ਸੀ, ਉਹ ਮੈਂ 1600 ਰੁਪਏ ਗਜ ਕਿਵੇਂ ਵੇਚ ਸਕਦੀ ਸੀ। ਮੈਂ ਫਿਰ ਸਿਮਰਜੀਤ ਸਿੰਘ ਬੈਂਸ ਨੂੰ ਫੋਨ ਕੀਤਾ ਤੇ ਉਸਨੇ ਮੈਨੂੰ ਆਪਣੇ ਦਫ਼ਤਰ ਬੁਲਾਇਆ ਤੇ ਦਫ਼ਤਰ ਦੇ ਪਿੱਛੇ ਬਣੇ ਕੈਬਨ ਵਿੱਚ ਮੇਰੇ ਨਾਲ ਜ਼ਬਰਦਸਤੀ ਨਾਲ ਰੇਪ ਕੀਤਾ। ਮੈਂ ਰੋਂਦੀ ਰਹੀ ਪਰ ਉਸਨੇ ਮੇਰੀ ਕੋਈ ਪੇਸ਼ ਨਹੀਂ ਜਾਣ ਦਿੱਤੀ। ਰੇਪ ਕਰਨ ਤੋਂ ਬਾਅਦ ਮੈਨੂੰ ਕਹਿਣ ਲੱਗਾ, ਜੇ ਤੂੰ ਇਸ ਤਰ੍ਹਾਂ ਮੇਰੀ ਗੱਲ ਮੰਨਦੀ ਰਹੇਂਗੀ, ਮੈਂ ਸੁਖਚੈਨ ਸਿੰਘ ਕੋਲੋਂ ਪੈਸੇ ਦਿਵਾ ਦਿਆਂਗਾ ਤੇ ਤੇਰੇ ਬੇਟਿਆਂ ਨੂੰ ਕੰਮ ਤੇ ਵੀ ਲਗਵਾ ਦਿਆਂਗਾ। ਜੇ ਤੂੰ ਰੌਲਾ ਪਾਇਆ, ਨਾ ਤੂੰ ਬਚੇਂਗੀ ਅਤੇ ਨਾ ਹੀ ਤੇਰੇ ਬੱਚੇ। ਜਿਸ ਤਰ੍ਹਾਂ ਮੈਂ ਤੈਨੂੰ ਘਰੋਂ ਬੇਘਰ ਕੀਤਾ, ਉਸੇ ਤਰ੍ਹਾਂ ਮੈਂ ਤੇਰੇ ਪਰਿਵਾਰ ਨੂੰ ਦੁਨੀਆ ਤੋਂ ਰੁਖਸਤ ਕਰ ਦੇਵਾਂਗਾ।
ਮੈਂ ਬਹੁਤ ਡਰ ਗਈ ਸੀ। ਫਿਰ ਮੇਰੇ ਸਾਹਮਣੇ ਬੈਂਸ ਨੇ ਸੁਖਚੈਨ ਸਿੰਘ ਨੂੰ ਫੋਨ ਕੀਤਾ ਕਿ ਇਸ ਔਰਤ ਨੂੰ 5000 ਰੁਪਏ ਦੇ ਦਿਓ ਤੇ ਮੈਨੂੰ ਸੁਖਚੈਨ ਸਿੰਘ ਨੇ GNE ਕਾਲਜ ਦੇ ਨਾਲ ਲੱਗਦੀ ਕਚਹਿਰੀ ਕੋਲ ਗੱਡੀ ਵਿੱਚ ਬਿਠਾ ਕੇ 5000 ਰੁਪਏ ਦੇ ਦਿੱਤੇ। ਮੈਨੂੰ ਉਹਦੇ ਇਰਾਦੇ ਵੀ ਕੁਝ ਠੀਕ ਨਹੀਂ ਲੱਗੇ, ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉਸ ਤੋਂ ਬਾਅਦ ਮੈਂ ਇਹ ਗੱਲ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਦੀ ਹੀ ਵਾਰਡ ਪ੍ਰਧਾਨ ਬਲਜਿੰਦਰ ਕੌਰ ਮਨੀ ਨਾਲ ਗੱਲ ਕੀਤੀ ਤਾਂ ਉਸਨੇ ਮੈਨੂੰ ਕਿਹਾ ਕਿ ਜਿੰਨਾ ਚਿਰ ਬੈਂਸ ਸਾਹਿਬ ਦੀ ਗੱਲ ਮੰਨ ਕੇ ਸਰੀਰਕ ਸੰਬੰਧ ਬਣਾਏਗੀ ਉਹਨਾਂ ਚਿਰ ਤੈਨੂੰ ਡੀਲਰ ਪੈਸੇ ਦਿੰਦਾ ਰਹੇਗਾ। ਮੈਨੂੰ ਬਾਰ-ਬਾਰ ਸਿਮਰਜੀਤ ਸਿੰਘ ਬੈਂਸ ਕਦੇ ਆਪਣੇ ਦਫ਼ਤਰ ਦੇ ਕੈਬਨ ਵਿੱਚ ਤੇ ਕਦੇ ਦਫ਼ਤਰ ਦੇ ਨਾਲ ਲੱਗਦੇ ਜਸਵੀਰ ਕੌਰ ਭਾਬੀ ਦੇ ਘਰ ਬੁਲਾ ਕੇ ਰੇਪ ਕਰਦਾ ਰਿਹਾ। ਜਸਵੀਰ ਕੌਰ ਭਾਬੀ ਵੀ ਮੈਨੂੰ ਇਹ ਗੱਲ ਕਹਿੰਦੀ ਸੀ, ਜੇ ਆਪਣੇ ਪੈਸੇ ਲੈਣੇ ਆ ਤਾਂ ਇਹ ਕੰਮ ਤੈਨੂੰ ਕਰਨਾ ਹੀ ਪੈਣਾ। ਇੱਕ ਦਿਨ ਸਾਡੇ ਹਲਕੇ ਸਾਊਥ ਲੁਧਿਆਣਾ ਵਿੱਚ ਆਏ ਅੰਕਿਤ ਬਾਂਸਲ OSD CM ਸਾਹਿਬ ਪੰਜਾਬ ਨੂੰ ਸੁਖਚੈਨ ਸਿੰਘ ਡੀਲਰ ਦੇ ਪੈਸਿਆਂ ਦੇ ਸਬੰਧ ਦੇ ਵਿੱਚ ਦਰਖਾਸਤ 20 ਸਤੰਬਰ ਨੂੰ ਬਾਈ ਹੈਂਡ ਦੇ ਦਿੱਤੀ। ਉਹਨਾਂ ਨੇ CM ਸਾਹਿਬ ਤੋਂ ਮਾਰਕ ਕਰਾ ਕੇ ਭੇਜ ਦਿੱਤੀ। 1 ਅਕਤੂਬਰ ਨੂੰ ਸਿਮਰਜੀਤ ਸਿੰਘ ਬੈਂਸ ਨੇ ਮੈਨੂੰ ਫਿਰ ਜਸਵੀਰ ਕੌਰ ਭਾਬੀ ਦੇ ਘਰ ਬੁਲਾਇਆ ਅਤੇ ਭਾਬੀ ਦੇ 26 ਸਾਲ ਦੇ ਲੜਕੇ ਦੇ ਸਾਹਮਣੇ ਮੇਰੇ ਨਾਲ ਬਲਾਤਕਾਰ ਕੀਤਾ। ਉਸ ਦਿਨ ਭਾਬੀ ਆਪ ਘਰ ਨਹੀਂ ਸੀ। ਮੈਂ ਰੋਂਦੀ ਕਰਲਾਉਂਦੀ ਆਪਣੇ ਘਰ ਵਾਪਸ ਆਈ। 8 ਅਕਤੂਬਰ ਨੂੰ ਮੈਨੂੰ ADCP 2 ਦੇ ਦਫ਼ਤਰ ਵਿੱਚੋਂ ਫੋਨ ਆਇਆ ਤੇ ਮੈਂ 9 ਅਕਤੂਬਰ ਨੂੰ SP ਸਾਹਿਬ ਜਸਕਰਨਜੀਤ ਸਿੰਘ ਤੇਜਾ ਦੇ ਸਾਹਮਣੇ ਪੇਸ਼ ਹੋਈ। ਉਹਨਾਂ ਨੇ ਮੇਰੀ ਅਤੇ ਸੁਖਚੈਨ ਸਿੰਘ ਦੀ ਗੱਲ ਸੁਣਨ ਤੋਂ ਬਾਅਦ ਸੁਖਚੈਨ ਸਿੰਘ ਨੂੰ 60000 ਰੁਪਏ ਦੇਣ ਨੂੰ ਕਿਹਾ ਅਤੇ ਸੁਖਚੈਨ ਸਿੰਘ 2 ਦਿਨ ਦਾ ਟਾਈਮ ਲੈ ਗਿਆ ਅਤੇ ਸੋਮਵਾਰ 12/10/2020 ਸੁਖਚੈਨ ਸਿੰਘ ਨੇ ਮੈਨੂੰ SP ਸਾਹਿਬ ਦੇ ਦਫ਼ਤਰ ਵਿੱਚ 60000 ਰੁਪਏ ਦਿੱਤੇ। ਘਰ ਪਹੁੰਚ ਕੇ ਮੈਨੂੰ ਅਹਿਸਾਸ ਹੋਇਆ ਕਿ ਇਹ ਜੇ ਦਰਖਾਸਤ ਮੈਂ ਸੁਖਚੈਨ ਸਿੰਘ ਦੇ ਖਿਲਾਫ ਪਹਿਲਾਂ ਹੀ ਦੇ ਦਿੰਦੀ ਤੇ ਸਿਮਰਜੀਤ ਸਿੰਘ ਬੈਂਸ ਮੇਰੀ ਇੱਜ਼ਤ ਨਾਲ ਖਿਡਵਾਰ ਨਾ ਕਰਦਾ। ਹੁਣ 12/10/2020 ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਦੇ ਲਗਾਤਾਰ ਫੋਨ ਆ ਰਹੇ ਨੇ। ਮੈਨੂੰ ਵੀਡੀਓ ਕਾਲ ਕਰਦਾ ਹੈ ਤੇ ਅਸ਼ਲੀਲ ਮੈਸੇਜ ਕਰਦਾ ਹੈ, ਧਮਕੀਆਂ ਦਿੰਦਾ ਹੈ ਤੇ ਰਿਲੇਸ਼ਨ ਬਣਾਉਣ ਲਈ ਫੈਕਟਰੀ ਬੁਲਾਉਂਦਾ ਹੈ। ਸਿਮਰਜੀਤ ਸਿੰਘ ਬੈਂਸ ਨੇ ਮੈਨੂੰ 29 ਅਕਤੂਬਰ ਨੂੰ ਸ਼ਾਮ 7:30 ਵਜੇ ਬੁਲਾਇਆ, ਫਿਰ ਕੈਬਨ ਵਿੱਚ ਬੈਠਣ ਲਈ ਆਖਿਆ ਤੇ ਮੈਂ ਕਿਹਾ ਕਿ ਮੈਨੂੰ ਜਲਦੀ ਆ, ਮੈਂ ਥੱਕੀ ਹੋਈ ਹਾਂ ਅਤੇ ਘਰ ਜਾਣਾ ਹੈ। ਉਹ ਮੈਨੂੰ ਕਹਿੰਦਾ ਕਿ ਕੈਬਨ ਵਿੱਚ ਚੱਲ, ਮੈਂ ਤੇਰੀ ਥਕਾਵਟ ਲਾ ਦਿੰਦਾ ਹਾਂ। ਮੈਂ ਬੜੀ ਮੁਸ਼ਕਲ ਨਾਲ ਬਚ ਕੇ ਆਪਣੇ ਘਰ ਆਈ। ਆਉਣ ਲੱਗਿਆ ਮੈਨੂੰ ਕਿਹਾ ਕਿ ਜਦੋਂ ਤੈਨੂੰ ਮੈਂ ਬੁਲਾਉਂਗਾ ਤਾਂ ਤੈਨੂੰ ਆਉਣਾ ਪਊਗਾ। ਨਾਲ ਹੀ ਮੈਨੂੰ ਇਹ ਵੀ ਕਿਹਾ ਕਿ ਸੁਖਚੈਨ ਸਿੰਘ ਦੇ ਨਾਲ ਤੂੰ ਚੰਗਾ ਨਹੀਂ ਕੀਤਾ। ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਦੇ ਮੈਸੇਜ ਆਉਂਦੇ ਤੇ ਕਰਮਜੀਤ ਸਿੰਘ ਬੈਂਸ ਹਰ ਰੋਜ਼ 20-25 WhatsApp ਕਾਲ ਕਰਦਾ ਤੇ ਉਹ ਮੈਨੂੰ ਫੈਕਟਰੀ ਬੁਲਾਉਂਦਾ। ਮੈਂ ਬਹੁਤ ਡਰੀ ਹੋਈ ਹਾਂ ਤੇ ਮੈਨੂੰ ਇਹ ਵੀ ਧਮਕੀ ਦਿੰਦਾ ਹੈ ਕਿ ਜੇ ਕੋਈ ਇਹ ਗੱਲ ਕਿਸੇ ਨੂੰ ਦੱਸੀ ਜਾਂ ਫਿਰ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ, ਤੈਨੂੰ ਅਤੇ ਤੇਰੇ ਦੋਨਾਂ ਬੇਟਿਆਂ ਨੂੰ ਅਸੀਂ ਜਾਨੋਂ ਮਰਵਾ ਦਿਆਂਗੇ। ਪੁਲਿਸ ਸਾਡਾ ਕੁਝ ਨਹੀਂ ਵਿਗਾੜ ਸਕਦੀ। ਸਿਮਰਜੀਤ ਸਿੰਘ ਬੈਂਸ ਨੇ ਪੂਰੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ KK ਬਿਲਡਰ ਸੁਖਚੈਨ ਸਿੰਘ ਦੇ ਨਾਲ ਪਲੈਨਿੰਗ ਕਰਕੇ ਪਹਿਲਾਂ ਮੇਰਾ ਘਰ ਖੋਹ ਲਿਆ ਅਤੇ ਫਿਰ ਪੈਸਿਆਂ ਦੇ ਕਰਕੇ, ਜੋ ਕਿ ਮੇਰੇ ਆਪਣੇ ਪੈਸੇ ਸਨ, ਮੈਂ ਕੋਈ ਸਿਮਰਜੀਤ ਸਿੰਘ ਬੈਂਸ ਤੋਂ ਕੋਈ ਭੀਖ ਨਹੀਂ ਸੀ ਮੰਗ ਰਹੀ। ਇਹਨਾਂ ਪੈਸਿਆਂ ਦੀ ਵਜ੍ਹਾ ਕਰਕੇ ਸਿਮਰਜੀਤ ਸਿੰਘ ਬੈਂਸ ਨੇ ਮੇਰੇ ਨਾਲ 10 ਤੋਂ 12 ਵਾਰ ਆਪਣੇ ਦਫ਼ਤਰ ਦੇ ਬਣੇ ਕੈਬਨ ਵਿੱਚ ਅਤੇ ਨਾਲ ਲੱਗਦੇ ਘਰ ਜਸਵੀਰ ਕੌਰ ਭਾਬੀ ਦੇ ਘਰ ਵਿੱਚ ਬਲਾਤਕਾਰ ਕੀਤਾ। ਇਸ ਸਾਜ਼ਿਸ਼ ਵਿੱਚ ਸਿਮਰਜੀਤ ਸਿੰਘ ਬੈਂਸ, ਉਹਦਾ ਭਰਾ ਕਰਮਜੀਤ ਸਿੰਘ ਬੈਂਸ, KK ਬਿਲਡਰ ਸੁਖਚੈਨ ਸਿੰਘ, ਜਸਵੀਰ ਕੌਰ ਭਾਬੀ ਅਤੇ ਲੋਕ ਇਨਸਾਫ ਪਾਰਟੀ ਦੇ ਵਾਰਡ ਪ੍ਰਧਾਨ ਬਲਜਿੰਦਰ ਕੌਰ ਮਨੀ ਪੂਰੀ ਤਰ੍ਹਾਂ ਸ਼ਾਮਿਲ ਨੇ। ਇਹਨਾਂ ਸਾਰਿਆਂ ਨੇ ਮਿਲ ਕੇ ਮੈਨੂੰ ਘਰੋਂ ਬੇਘਰ ਕੀਤਾ ਤੇ ਮੇਰੀ ਇੱਜ਼ਤ ਨਾਲ ਖਿਲਵਾੜ ਕੀਤਾ। ਹੁਣ ਮੈਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਹਾਂ ਕਿ ਇਹਨਾਂ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਜੇਲ੍ਹ ਵਿੱਚ ਭੇਜਿਆ ਜਾਵੇ। ਜੇਕਰ ਆਉਣ ਵਾਲੇ ਸਮੇਂ ਵਿੱਚ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਸਿਮਰਜੀਤ ਸਿੰਘ ਬੈਂਸ ਤੇ ਉਹਦਾ ਇਹ ਗਿਰੋਹ ਹੋਵੇਗਾ। ਮੇਰੀ ਇਹ ਦਰਖਾਸਤ ਨੂੰ ਮੇਰਾ ਬਿਆਨ ਸਮਝਿਆ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਕਰ ਲਈ ਜਾਵੇ ਤਾਂ ਜੋ ਕੋਈ ਵੀ ਸਿਆਸੀ ਲੀਡਰ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਵੇ। ਤਾਂ ਇਹ ਉਹ ਸ਼ਿਕਾਇਤ ਸੀ ਜੋ ਪੀੜਤ ਮਹਿਲਾ ਦੇ ਵੱਲੋਂ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਲੁਧਿਆਣਾ ਪੁਲਿਸ ਨੂੰ ਦਿੱਤੀ ਗਈ ਹੈ। TV ਸਕਰੀਨ ਦੇ ਉੱਪਰ ਕੁਝ WhatsApp ਚੈਟ ਵੀ ਚੱਲ ਰਹੀ ਹੈ ਜੋ ਦੱਸੀ ਜਾ ਰਹੀ ਹੈ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਭਰਾ ਕਰਮਜੀਤ ਸਿੰਘ ਬੈਂਸ ਦੀ। ਇਹ ਚੈਟ ਅਤੇ ਪੂਰਾ ਕਾਲ ਡਾਟਾ ਜਿਹੜਾ ਹੈਗਾ ਲੁਧਿਆਣਾ ਪੁਲਿਸ ਨੂੰ ਦੇ ਦਿੱਤਾ ਗਿਆ। ਇਸ ਔਰਤ ਦੇ ਵੱਲੋਂ ਸ਼ਿਕਾਇਤ ਦੀ ਦਿੱਤੀ ਗਈ ਹੈ। ਲੁਧਿਆਣਾ ਪੁਲਿਸ ਦੇ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ। ਨੰਬਰ ਵੀ ਜਿਹੜਾ ਲੱਗਦਾ ਸ਼ਿਕਾਇਤ ਦੇ ਉੱਪਰ ਲੁਧਿਆਣਾ ਪੁਲਿਸ ਦੇ ਵੱਲੋਂ ਉਹ ਵੀ ਲਗਾ ਦਿੱਤਾ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਸਿਮਰਜੀਤ ਸਿੰਘ ਬੈਂਸ ਇਸ ਮਾਮਲੇ ਦੇ ਵਿੱਚ ਆਪਣਾ ਕੀ ਪੱਖ ਰੱਖਦੇ ਨੇ, ਕਿ ਜਲਦ ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਜਿਹੜੀ ਹੈਗੀ ਆ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ FIR ਦਰਜ ਕਰਦੀ ਹੈ ਤੇ ਨਾਲ ਹੀ ਉਹਨਾਂ ਦੀ ਗ੍ਰਿਫਤਾਰੀ ਕਰਦੀ ਹੈ ਜਾਂ ਨਹੀਂ। ਕੈਮਰਾਮੈਨ ਮਨਿੰਦਰ ਸਿੰਘ ਦੇ ਨਾਲ ਸੁਖਵਿੰਦਰ ਸਿੰਘ ਸਿੱਧੂ, ਰੋਜ਼ਾਨਾ ਲੋਕ ਨਾਟ TV, ਪਟਿਆਲਾ।